अस्सलाम वालेकुम दोस्तों, मैं ਤੁਹਾਡਾ मेज़बान मियाँ मुहम्मद अफजल भट्टू ਤੇ ਤੁਸੀਂ ਵੇਖਦੇ ਪਏ ਮੇਰਾ YouTube ਚੈਨਲ ਡਿਜੀਟਲ ਕਿਸਾਨ ਪਾਕਿਸਤਾਨ। ਤੇ ਅੱਜ ਮੈਂ ਆਪਣੇ ਕਿਸਾਨ ਦੋਸਤਾਂ ਵਾਸਤੇ ਲਿਆ ਜਿਹਨਾਂ ਬਿਲਾਸ ਟਰੈਕਟਰ ਹੈ ਤੇ ਉਸ ਦੇ ਪਿੱਛੇ ਕੰਪਿਊਟਰ ਕਰਾਇਆ ਤੇ ਸਾਡੇ ਨਾਲ ਨੰਬਰਦਾਰ ਬਾਈ ਵੀ ਹੈਗੇ ਨੇ, ਸਾਡੇ ਪਿੰਡ ਦੇ ਨੰਬਰਦਾਰ ਸਾਹਿਬ ਹੈਗੇ ਨੇ ਤੇ ਉਹ ਕਣਕ ਦੀ ਬਿਜਾਈ ਕਰਨ ਲੱਗੇ ਨੇ ਤੇ ਉਹਨਾਂ ਦੇ ਨਾਲ ਪੁੱਛਣੇ ਉਹਨਾਂ ਕੋਲੋਂ ਬਈ ਉਹ ਕਿਹੜਾ ਬੀਜ ਲਗਾਉਂਦੇ ਪਏ ਨੇ ਤੇ ਨਾਲ ਹੀ ਉਹਨਾਂ ਕੋਲ ਪੁੱਛਣੇ ਵੀ ਜਿਹੜੀ ਸਬਸਿਡੀ ਮਿਲਦੀ ਪਈ ਹੈ ਉਹਨਾਂ ਨੂੰ ਕੁਝ ਮਿਲੀ ਹੈ ਜਾਂ ਨਹੀਂ ਮਿਲੀ। ਤੇ ਆਓ ਮਜ਼ੀਦ ਮਾਲੂਮਾਤ ਲੈਣੇ ਹੈ ਤੇ ਨੰਬਰਦਾਰ ਸਾਹਿਬ ਕੋਲ ਚੱਲਨੇ ਆ। अस्सलाम वालेकुम जी। वालेकुम अस्सलाम जी। की हाल चाल ने, ठीक हो? ते जी अल्लाह पाक का शुक्र है। तो हुक्का भी माशाल्लाह नाल नहीं फिरते जे जिमीदारा जो है तो हुक्का शुक्का जेड़ा मुरब्बी छिकने हैं तो दादे तो ला ते हुक्का शुक्का जेड़ा दे रहे हैं जो हुंदा है। हाँ ये गल तो सही है, रौनक लगी रहती है। ते मैनूं दसो इत्थे पहले किहड़ी फसल हैगी सी? पहले मुंजी हैगी है। अच्छा मुंजी हैगी है, किहड़ी किस्म लगाई हुई है? फाइन हैगी है। ये रिफाइन लगाया सन जी, जी। कितना झाड़ निकला सी? ਇਹਦਾ ਝਾੜ ਆਪਣਾ ਜਿਹੜਾ ਹੈ 40 ਕੁ ਮਣ ਹੋ ਗਿਆ। 40 मन होया, पिछेतरे आए। ਪਿਛੇਤਰੇ ਆਏਗੀ। अच्छा तो रेट की बिके सन? ਰੇਟ ਇਹ ਜੀ ਵਿਕੇ ਹੈ 2200 ਨੂੰ। 2200 ਨੂੰ। ਹਾਂਜੀ। अच्छा मैंने जरा दसो भी हुण तुसीं किहड़ी गंदम बीजन लगे जे? ਹੁਣ ਅਸੀਂ ਅਕਬਰ ਬੀਜਣ ਲੱਗੇ ਹਾਂ ਜੀ। अकबर बीजदे पै जे। ਜੀ। ਤੇ ਮੈਨੂੰ ਇਹ ਜ਼ਰਾ ਦੱਸੋ ਵੀ ਬੀਜ ਦਾ ਥੈਲਾ ਕਿੰਨੇ ਦਾ ਆਇਆ ਹੈ? ਬੀਜ ਦਾ ਥੈਲਾ 3500 ਦਾ ਜੀ ਹੈ। 3500 ਦਾ ਆਇਆ ਹੈ। 3500 ਤੇ ਖਾਦ ਡੀਏਪੀ? ਡੀਏਪੀ ਜਿਹੜੀ ਖਾਦ ਹੈ ਉਹ ਮੈਂ ਨਹੀਂ ਲਾਈ ਜੀ। ਮੈਂ ਖਾਦ ਲਾਈ ਹੈ ਹੈਗੀ ਹੈ ਦੂਸਰੀ ਜ਼ਰਖੇਜ਼ ਐਂਗਰੋ ਦੀ ਜ਼ਰਖੇਜ਼ ਪਲੱਸ ਲਾਈ ਹੈ ਜੀ। ਨਹੀਂ ਕਣਕ ਨੂੰ ਲਗਾਉਂਦੇ ਪੈ ਜੇ? ਕਣਕ ਨੂੰ ਲਗਾਉਣ ਦੇ ਕਿੰਨੀਆਂ ਬੋਰੀਆਂ? 2 ਬੋਰੀਆਂ ਜੀ। ਉਹ ਕਿੰਨੇ ਕਿੰਨੇ ਦੀ ਆਈ ਹੈ? ਉਹ ਜੀ ਆਪਣਾ 5100 ਦੀ। 5100 ਦੀ? ਹਾਂਜੀ। 2 ਬੋਰੀਆਂ 1 ਕਿੱਲੇ ਵਾਸਤੇ? 2 ਬੋਰੀਆਂ 1 ਕਿੱਲੇ ਵਾਸਤੇ। ਤੇ ਉਹਦੇ ਨਾਲ ਬਿਹਤਰ ਨਹੀਂ ਹੈ ਕਿ ਡੀਏਪੀ ਲਾ ਲੈਂਦੇ? ਬਸ ਉਹਦੀ ਵਜ੍ਹਾ ਇਹ ਹੈਗੀ ਹੈ ਵੀ ਜਿਹੜਾ ਹੈ ਨਾ ਆਪਣਾ ਇਹ ਪਿਛਲੀ ਵਾਰੀ ਇਹਨੇ ਰਿਜ਼ਲਟ ਮੈਨੂੰ ਸਹੀ ਦਿੱਤਾ। ਅੱਛਾ ਹਾਂਜੀ। ਤੇ ਇਹ ਹੁਣ ਤੁਸੀਂ ਦੱਸੋ ਮਤਲਬ ਫਿਰ ਤਾਂ ਤੁਸੀਂ ਡੀਏਪੀ ਲਗਾਉਣੀ ਨਹੀਂ ਤੇ ਉਹਦੇ ਤੇ ਸਬਸਿਡੀ ਹੈ, ਇਸ ਤੇ ਸਬਸਿਡੀ ਵੀ ਕੋਈ ਨਹੀਂ ਇਹ ਤੇ ਸਭ ਤੇ ਕੁਝ ਕੋਨੇ। ਲੇਕਿਨ ਡੀਏਪੀ ਤੇ ਵੀ ਕੋਈ ਨਹੀਂ ਹੈਗੀ, ਉਹ ਮਿਲਦੀ ਕੋਈ ਨਹੀਂ ਪਈ। ਹਾਂਜੀ। ਜਿਨ੍ਹਾਂ ਦੋਸਤਾਂ ਨੇ ਟੋਕਨ ਚੁੱਕੇ ਨੇ ਲੇਕਿਨ ਉਹਨਾਂ ਟੋਕਨਾਂ ਦੇ ਵਿੱਚ ਨਾ ਸਬਸਿਡੀ ਕੋਈ ਨਹੀਂ ਹੈਗੀ। ਜੀ, ਜੀ। ਕਹਿੰਦੇ ਨੇ ਇਹਨਾਂ ਵਿੱਚੋਂ ਮੇਰੇ ਨਿਕਲੀ ਹੈ ਟੋਕਨ ਵੀ ਹੈ ਨੇ। ਅੱਛਾ ਇਹਨਾਂ 'ਚ ਵੀ ਟੋਕਨ ਹੈਗੇ ਨੇ? ਇਹਦੇ ਵਿੱਚ ਵੀ ਟੋਕਨ ਹੈ। ਅੱਛਾ ਅੱਛਾ। ਹਾਂ ਤੇ ਉਹ ਮੈਂ ਆਦੇ ਕੋਲ ਹੀ ਰੱਖੇ ਟੋਕਨ ਪਾਸ ਕੋਈ ਨਹੀਂ ਹੋਏ? ਨਹੀਂ ਮੈਂ ਕਰਾਇਆ ਹੀ ਹਾਲੀ ਕੋ ਨਹੀਂ। ਅੱਛਾ ਪਾਸ ਨਹੀਂ ਕਰਾਏ। ਹਾਂਜੀ। ਤੇ ਅਕਬਰ ਬੀ ਦੇ ਵਿੱਚ ਵੀ ਟੋਕਨ ਹੈਗਾ? ਕੋਈ ਨਹੀਂ ਹੈਗਾ। ਅਕਬਰ ਬੀ ਜਿਹੜਾ ਹੈ ਉਹ ਹਾਲੀ ਖੋਲਣਾ ਹੈ। ਅਸੀਂ ਉਹਨੂੰ ਡਰਿਲ ਆਪਣਾ 2 ਰੁਪਏ ਡਿਸਕਾਂ ਦੀ ਲਵਾਈ ਹੈ। ਹੁਣ ਕੰਪਿਊਟਰ ਫਰਾ ਰਿਹਾ ਹੈ। ਹੁਣ ਅੱਛਾ। ਇਹਦੇ ਉੱਤੋਂ ਮਿਸਾਲ ਦੇ ਡਰਿਲ ਫਰਾਵਣ। ਅੱਛਾ ਜ਼ੀਰੋ ਡਰਿਲ ਕਰੋਗੇ? ਜ਼ੀਰੋ ਡਰਿਲ ਕਰਾਂਗੇ ਜੀ। ਉਸ ਤੋਂ ਦੇ ਵਿੱਚ ਆਪਣਾ ਖੋਲਾਂਗੇ ਬੀ ਵਿੱਚ ਮਿਕਸ ਕਰਾਂਗੇ। ਨਹੀਂ ਦੁਕਾਨ ਵਾਲੇ ਤੁਹਾਨੂੰ ਦੱਸਿਆ ਵੀ ਇਹਦੇ 'ਚ ਹੈ 1200 ਦੀ ਸਬਸਿਡੀ ਕੋਈ ਨਾ? ਉਹਨਾਂ ਮੈਨੂੰ ਨਹੀਂ ਦੱਸਿਆ ਜੀ। ਮਤਲਬ ਵੀ ਇਹ ਫਿਰ ਉਹਨਾਂ ਦੀ ਆਪਣੀ ਪੈਕਿੰਗ ਹੋਈ? ਹਾਂਜੀ। ਠੀਕ ਹੋ ਗਿਆ। ਅੱਛਾ ਬੀਜ ਤੇ ਖਾਦ ਮਿਕਸ ਕਰੋਗੇ? ਹਾਂ ਬੀ ਦੇ ਖਾਦ ਮਿਕਸ ਕਰਾਂਗੇ। ਇਹ ਟਰੈਕਟਰ ਕਿਰਾਏ ਤੇ ਚੱਲਿਆ ਖੜਾ ਹੈ ਆਪਣੇ ਇਹ ਵਿੱਚ? ਕਿਰਾਇਆ ਇਹ ਘੰਟੇ ਦਾ ਕਿੰਨਾ ਲੈਂਦੇ ਪਏ ਨੇ? 1800 ਰੁਪਇਆ। ਹੁਣ ਤੇਲ ਮਹਿੰਗਾ ਹੋ ਗਿਆ, ਅੱਗੇ 1700 ਲੈਂਦੇ ਹੈਗੇ, ਹੁਣ 1800 ਤੇ। ਹੁਣ 1800 ਲੈਂਦੇ ਪਏ ਨੇ ਘੰਟੇ ਦਾ? ਅੱਛਾ ਮੈਨੂੰ ਇੱਕ ਹੋਰ ਦੱਸਦੇ ਚੱਲੋ ਵੀ ਜਿਹੜਾ ਮੁੰਜੀ ਦਾ ਰੇਟ ਤਕਰੀਬਨ 3 ਸਾਲ ਪੁਰਾਣਾ ਹੀ ਰਿਹਾ ਹੈ ਤੇ ਕਣਕ ਦਾ ਰੇਟ ਹਾਲੀ ਕੋਈ ਨਹੀਂ ਵੱਧਦਾ ਪਿਆ ਤੇ ਤੁਸੀਂ ਕੀ ਪੋਜੀਸ਼ਨ ਹੈ ਤੁਹਾਡੇ ਸਾਹਮਣੇ, ਮਤਲਬ ਵੀ ਜ਼ਿਆਦਾ ਆਲੂ ਲੱਗਦੇ ਪਏ ਨੇ ਜਾਂ ਕਣਕ ਵੀ ਲੱਗਦੀ ਪਈ ਹੈ? ਨਹੀਂ ਆਲੂ ਵੀ ਹਨ ਤੇ ਕਣਕ ਵੀ ਜਿਹੜੀ ਹੈ ਉਹ ਵੀ ਜ਼ਿਆਦਾ ਹੀ ਹੈ। ਤਕਰੀਬਨ ਮਿਸਾਲ ਦੇ ਤੌਰ ਤੇ ਅੱਧੀ ਕੋ ਕਣਕ ਹੈ ਤੇ ਅੱਧੇ ਕੋ ਆਲੂ ਵੀ ਹੈ। ਅੱਧੇ ਕੋ ਆਲੂ ਨੂੰ? ਤੇ ਕਣਕ ਦਾ ਰੇਟ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਵਧਾਉਣਾ ਚਾਹੀਦਾ ਹਕੂਮਤ ਨੇ ਜਾਂ ਨਹੀਂ? ਜੀ ਰੇਟ ਤਾਂ ਵੱਧ ਜਾਵੇ ਤੇ ਡੀਏਪੀ ਹੋ ਗਈ 7000 ਨੂੰ 8000 ਨੂੰ। 8000 ਹੋਰ ਰੇਟ ਜ਼ਿਮੀਦਾਰ ਨੂੰ ਜੇ ਵਧਾ ਹੋਵੇ ਤਾਂ ਮੈਂ ਜ਼ਿਮੀਦਾਰ ਫਾਇਦੇ 'ਚ ਰਹਿ ਸਕਦਾ ਹੈ। ਉਸ ਪੈਦਾਵਾਰ ਵੀ ਜਿਹੜੀ ਅੱਛੀ ਆ ਜਾਵੇ, ਖਾਦਾਂ ਲੱਗਣੀਆਂ। ਇਹ ਤੇ ਚੀਜ਼ਾਂ ਹੋਰ ਵੀ ਕਈ ਜ਼ਰਖੇਜ਼ ਚੀਜ਼ਾਂ ਮਿਸਾਲ ਦੇ ਵਿੱਚ ਮਿਕਸ ਕਰਨ ਜਿਨ੍ਹਾਂ ਦੀ ਕਮੀ ਪੇਸ਼ੀ ਹੋਵੇ ਮਦਨੀਆਤ ਦੇ ਵਿੱਚ ਸ਼ਾਮਲ ਕਰਨੀਆਂ। ਸਹੀ ਹੋ ਗਿਆ। ਤੇ ਉਸ ਤੋਂ ਬਾਅਦ ਆਪਣਾ ਜਿਹੜਾ ਰੇਟ ਹੋਵੇਗਾ ਹੀ ਤੇ ਜ਼ਿਮੀਦਾਰ ਖੁਸ਼ ਹੋਵੇਗਾ। ਉਹ ਸੁਣੇ ਨੇ ਚਾਹੀਦੀ 1950 ਤਜਵੀਜ਼ ਕਰਦੇ ਪਏ ਨੇ ਤਾਂ ਮੇਰਾ ਖਿਆਲ ਹੈ ਥੋੜਾ ਹੈ। ਉਹ ਥੋੜਾ ਹੈ। 150 ਦਾ ਕੋਈ ਰੇਟ ਨਹੀਂ ਹੈ। ਤੇ ਮਹਿੰਗਾਈ ਦੇ ਵਿੱਚ ਨਾ ਇਸ ਦੌਰ ਵਿੱਚ ਤੇ ਜਿਸ ਤਰ੍ਹਾਂ ਮਿਸਾਲ ਦੇ ਤੌਰ ਤੇ ਮਹਿੰਗਾਈ ਜਾ ਰਹੀ ਹੈ ਤੇ ਰੇਟ ਵੀ ਆਪ ਹੋਏ ਖੜੇ ਨੇ ਤੇ ਜ਼ਿਮੀਦਾਰ ਬੜਾ ਔਖਾ ਹੋ ਤੇ ਆਦੀ ਫਸਲ ਨੂੰ ਮਿਸਾਲ ਦੇ ਤੌਰ ਤੇ ਜ਼ਮੀਨ ਨੂੰ ਤਿਆਰ ਕਰਦਾ ਪਿਆ। ਮੁੜ ਉਹਨੂੰ ਤੋੜ ਕੇ ਕੀ ਉਹਨੇ ਜਾਣਾ ਹੈ, ਇਹ ਆਪਣਾ ਪਕਾਵਣ ਤੇ ਕੀ ਜਾਣਾ। ਹਾਂਜੀ। ਤੇ ਕਿੰਨੇ ਪਾਣੀ ਲੱਗਦੇ ਨੇ ਪਾਣੀ ਇੱਥੇ 4 ਲੱਗ ਜਾਂਦੇ ਨੇ ਜੀ। ਅੱਛਾ 4 ਲੱਗਦੇ ਨੇ? 4 ਲੱਗਦੇ ਨੇ। ਸਹੀ ਹੋ ਗਿਆ। ਹਾਂਜੀ। ਤੇ 4 ਪਾਣੀ ਨਾਲ ਪੱਕ ਜਾਂਦੀ ਹੈ? 4 ਪਾਣੀ ਨਾਲ ਪੱਕ ਜਾਂਦੀ। ਤੇ ਚਲੋ ਬਹੁਤ ਮਿਹਰਬਾਨੀ ਜਨਾਬ, ਤੁਸੀਂ ਆਪਣੀਆਂ ਕੀਮਤੀ ਗੱਲਾਂ ਸਾਨੂੰ ਦੱਸੀਆਂ ਤੇ ਅਸੀਂ ਹੁਣ ਚੱਲਦੇ ਹਾਂ ਟਰੈਕਟਰ ਵਾਲੇ। ਮਿਹਰਬਾਨੀ ਹੈ ਜੀ। ਇਹਦੇ ਬਾਰੇ ਤੁਸੀਂ ਜਿੰਨਾ ਕੁਝ ਹੋ ਸਕੇ ਸਾਡੇ ਬਾਰੇ ਗਰੀਬਾਂ ਦੇ ਬਾਰੇ ਸੋਚਿਆ ਸੀ। ਜ਼ਿਮੀਦਾਰ ਹੈਗਾ ਮਜ਼ਦੂਰ ਤੇ ਜ਼ਿਮੀਦਾਰ ਹੈ। 8-7 ਕਿੱਲੇ ਸਾਡੀ ਜ਼ਮੀਨ ਹੈ।
ਸਹੀ। ਸਮਝ ਆ ਗਈ ਨਾ। ਅਸੀਂ ਕੋਈ ਇਹਦੇ ਨਹੀਂ ਹੈ ਵੀ ਮੁਰੱਬੇ ਸਾਡੇ ਹੋ। ਇਹਦੇ ਵਿੱਚ ਸਾਨੂੰ ਮਿਸਾਲ ਦੇ ਬੜੇ ਵਕਤ ਵੈਲ ਨਾਲ ਅਸੀਂ ਇਹਨਾਂ ਨੂੰ ਬੀਜਦੇ ਪਏ ਕਰਦੇ ਪਏ। ਅੱਲਾਹ ਤਾਲਾ ਇਹਦੀ ਬਰਕਤ ਪਾਵੇ ਤੇ ਹੁਕੂਮਤ ਨੂੰ ਵੀ ਚਾਹੀਦਾ ਹੈ ਵੀ ਇਹਦਾ ਰੇਟ ਜਿਹੜਾ ਹੈ ਨਾ ਕੰਮ ਆਪ ਹੋਣਾ ਚਾਹੀਦਾ ਹੈ ਕਿ ਜ਼ਿਮੀਂਦਾਰ ਜਿਹੜਾ ਥੱਲੇ ਨਾ ਆਵੇ। ਅਗਾ ਉਹਨਾਂ ਦੀ ਹਮੇਸ਼ਾ ਇਹ ਦਾਦੇ ਪੜਦਾਦੇ ਲਾਓ ਇਹ ਜ਼ਿਮੀਂਦਾਰਾ ਕਰ ਰਹੇ ਨੇ, ਅਸੀਂ ਕਰਦੇ ਪਏ ਤੇ ਅੱਲਾਹ ਤਾਲਾ ਕਰੇਗਾ ਜੀ, ਅੱਲਾਹ ਕਰਮ ਕਰੇਗਾ। ਗੌਰਮੈਂਟ ਵੀ ਇਹ ਮਾਇ ਨਾਲ ਦੇਖੇਗੀ ਵੀ ਵਾਕਈ ਉਹਨਾਂ ਦੀ ਗੱਲ ਸਹੀ ਹੈ ਸਹੀ ਹੋ ਤੇ ਉਹਦੇ ਤੇ ਅਮਲ ਦਰਾਮਦ ਸਹੀ ਕਰਨਗੇ ਜੀ। ਜੀ ਨੰਬਰਦਾਰ ਸਾਹਿਬ, ਸਾਡੀ ਤਾਂ ਕੋਸ਼ਿਸ਼ ਹੈ ਵੀ ਅਸੀਂ ਆਪਣੇ ਪਲੇਟਫਾਰਮ ਨੂੰ ਆਪਣੇ ਕਿਸਾਨ ਭਾਈਆਂ ਵਾਸਤੇ ਇਸਤੇਮਾਲ ਕਰੀਏ, ਕਿਉਂਕਿ ਸਪੈਸ਼ਲੀ ਕਿਸੇ ਟੀਵੀ ਚੈਨਲ ਵਾਲਾ ਨੇ ਆਪਣੇ ਕੋਲ ਕੋਈ ਨਹੀਂ ਆਉਣਾ ਵੀ ਦੱਸੋ ਆਪਣੀਆਂ ਮੁਸ਼ਕਲਾਤਾਂ। ਜੀ। ਇਹ ਹੁਣ ਪਲੇਟਫਾਰਮ ਅੱਲਾਹ ਤਾਲਾ ਆਪਾਂ ਨੂੰ ਦੇ ਦਿੱਤਾ ਤੇ ਆਪਾਂ ਆਪਣੀ ਮੁਸ਼ਕਲਾਤ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਾਂਗੇ। ਹੋ ਸਕਦਾ ਆਪਣੇ ਇਲਾਕੇ ਦੇ MN MP ਵੀ ਵੇਖਣ, ਉੱਥੇ ਅਸੈਂਬਲੀ ਜਾ ਕੇ ਕੁਛ ਨਾ ਕੁਛ ਆਵਾਜ਼ ਉਠਾਵਣ ਵੀ ਨਹੀਂ ਯਾਰ ਜ਼ਮੀਂਦਾਰਾਂ ਦੇ ਬਾਰੇ ਕੁਝ ਅੱਛਾ ਸੋਚੀਏ। ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਤੇ ਆਓ ਦੋਸਤੋ, ਹੁਣ ਆਪਾਂ ਤੁਹਾਨੂੰ ਵਿਖਾਈਏ ਜਨਾਬ ਪਰਫਾਰਮੈਂਸ ਬਿਲਾਰਸ ਟਰੈਕਟਰ ਦੀ 510। ਤੇ ਜਿਸ ਤਰੀਕੇ ਤੁਸੀਂ ਸੁਣਦੇ ਪਏ ਹੋਗੇ ਵੀ ਨੰਬਰਦਾਰ ਸਾਹਿਬ ਕਹਿ ਰਹੇ ਨੇ ਵੀ 1800 ਰੁਪਇਆ ਘੰਟੇ ਦਾ ਹੋ ਗਿਆ ਹੈ, ਤੇ ਮੇਰਾ ਖਿਆਲ ਹੈ ਵੀ 1800 ਬਹੁਤ ਜ਼ਿਆਦਾ ਹੈ ਦੋਸਤੋ। ਜੇ ਅਗਰ ਡੀਜ਼ਲ ਨੂੰ ਵੇਖੀਏ ਤੇ ਟਰੈਕਟਰ ਦੀ ਕੀਮਤ ਨੂੰ ਤੇ ਲੇਜ਼ਰ ਦੀ ਕੀਮਤ ਨੂੰ, ਤਾਂ ਫਿਰ 1800 ਕੁਝ ਵੀ ਨਹੀਂ ਹੈ। ਮਤਲਬ ਵੀ ਕਿਸਾਨਾਂ ਨੂੰ ਹੀ ਮਾਰ ਹੈ, ਜ਼ਮੀਂਦਾਰ ਭਾਈਆਂ ਸਾਰਿਆਂ ਨੂੰ। ਅਗਰ ਟਰੈਕਟਰ ਕਿਸੇ ਦਾ ਹੈ, ਕੋਈ ਕਿਰਾਏ ਤੇ ਚਲਾਉਂਦਾ ਤਾਂ ਉਹ ਵੀ ਜ਼ਮੀਂਦਾਰ ਹੀ ਹੈ। 28-29 ਲੱਖ ਦਾ ਟਰੈਕਟਰ ਹੋਇਆ ਖੜਾ ਹੈ ਰੂਸੀ, ਤੇ 7 ਲੱਖ ਰੁਪਏ ਦਾ ਲੇਜ਼ਰ ਹੋਇਆ ਖੜਾ ਹੈ। ਇੰਨੇ ਪੈਸੇ ਲਗਾਉਣ ਦੇ ਬਾਵਜੂਦ ਸ਼ਾਮ ਨੂੰ 4-5 ਹਜ਼ਾਰ ਬਚੇ, ਤੇ ਫਿਰ ਤੁਸੀਂ ਅੰਦਾਜ਼ਾ ਲਾ ਲਓ ਮੋਬਾਈਲ ਜਿਹੜਾ ਉਹ ਵੀ ਇਸ ਦਾ ਸੜਦਾ ਹੈ, ਡੀਜ਼ਲ ਵੀ ਸੜਦਾ ਹੈ, ਟਾਇਰ ਵੀ ਘਸਦੇ ਨੇ, ਟਰੈਕਟਰ ਵੀ ਪੁਰਾਣਾ ਹੁੰਦਾ, ਡਰਾਈਵਰ ਨੂੰ ਨੌਕਰੀ ਵੀ ਦੇਣੀ ਹੁੰਦੀ ਹੈ। ਤੇ ਯਕੀਨ ਮੰਨੋ ਜਦੋਂ ਹਿਸਾਬ ਕਰਨਗੇ ਤੇ ਬਸ ਨਾ, ਔਰ ਕੀ ਕਹਿੰਦੇ ਨੇਗੇ ਨੇ, ਗੁਜ਼ਾਰਾ ਹੀ ਹੈ। ਤੇ ਆ ਤੁਸੀਂ ਚੈੱਕ ਕਰ ਲਓ, ਇਸ ਨੂੰ ਦੋਹਰਾ ਰੰਬੜ ਫਿਰੇਗਾ ਤੇ ਦੋਹਰੇ ਰੰਬੜ ਤੋਂ ਬਾਅਦ ਫਿਰ ਜਨਾਬ ਫੇਰਨਗੇ ਡਰਿਲ 0 ਤੇ ਖਾਦ ਤੇ ਬੀ ਮਿਕਸ ਕਰਕੇ ਲਗਾਵਣਗੇ ਡਰਿਲ ਦੇ ਵਿੱਚ 0 ਵਿੱਚ। ਤੇ ਉਹ ਕਹਿੰਦੇ ਪੈਸਨ ਵੀ ਜਿਹੜੀ ਜ਼ਰਖੇਜ਼ ਹੈ, ਖਾਦ ਕੋਈ ਜ਼ਰਖੇਜ਼ ਹੈ, ਮੈਂ ਤਾਂ ਉਹਨੂੰ ਇਸਤੇਮਾਲ ਨਹੀਂ ਕੀਤਾ ਵੀ ਉਹਦਾ ਰਿਜ਼ਲਟ ਪਿਛਲੀ ਵਾਰੀ ਕਾਫੀ ਆਇਆ ਹੈ। ਲੇਕਿਨ ਅਗਰ 2 ਬੋਰੀਆਂ ਇਹ ਪਾਵਣੀਆਂ ਨੇ ਤੇ ਫਿਰ ਬਿਹਤਰ ਵੀ 1 ਬੋਰੀ DAP ਦੀ ਪਾ ਲਓ, ਉਹ ਵੀ ਚੰਗੀ ਹੈ, ਕਿਉਂਕਿ DAP ਦਾ ਮੁਤਬਾਦਲ ਕੋਈ ਨਹੀਂ। ਲੇਕਿਨ ਬਾਅਦ ਜ਼ਿਮੀਂਦਾਰ ਆਪਣਾ ਤਜਰਬਾ ਕਰਦੇ ਨੇ, ਉਹਨਾਂ ਆਪਣਾ ਤਜਰਬਾ ਦੱਸਿਆ ਵੀ ਮੈਨੂੰ ਬੜਾ ਫਾਇਦਾ ਦਿੱਤਾ ਹੈ। ਇਸੇ ਤਰ੍ਹਾਂ ਜਿੰਨੇ ਵੀ ਜ਼ਿਮੀਂਦਾਰ ਹੈਗੇ ਨੇ, ਅਗਰ ਕਿਸੇ ਨੂੰ ਕਿਸੇ ਫਸਲ ਵਿੱਚ ਵੀ ਅਗਰ ਕੋਈ ਉਹ ਖਾਦ ਖੁਰਾਕ ਚੇਂਜ ਕਰਦਾ ਹੈ ਤੇ ਉਹਦੇ ਵਿੱਚ ਆਪਣੇ ਮਤਲਬ ਦੀ ਕੋਈ ਪਾਉਂਦਾ ਵੀ ਉਹਦੇ ਨਾਲ ਉਸ ਨੂੰ ਫਾਇਦਾ ਹੁੰਦਾ ਹੈ, ਤਾਂ ਉਹ ਕਮੈਂਟ ਕਰਕੇ ਲਾਜ਼ਮੀ ਦੱਸੇ। ਸਹੀ ਕਮੈਂਟ ਕਰੇ ਜਿਹਦੇ ਵਿੱਚ ਨਾ ਕਿਸਾਨ ਦਾ ਫਾਇਦਾ ਹੋਵੇ, ਬਜਾਏ ਇਸ ਦੇ ਵੀ ਉਹ ਚੀਜ਼ ਨਾ ਤਜਵੀਜ਼ ਕਰੇ ਜਿਹਦੇ 'ਚ ਕਿਸਾਨ ਨੂੰ ਨੁਕਸਾਨ ਹੋਵੇ। ਤੇ ਅਗਰ ਕਿਸੇ ਦੀ 50 ਮਣ ਤੋਂ ਜ਼ਿਆਦਾ ਜੜਦੀ ਹੈ ਤੇ ਕਿਸ ਤਰੀਕੇ ਝਾੜ ਨਿਕਲਿਆ ਕਣਕ ਦਾ, 60 ਮਣ ਕਿਸ ਤਰੀਕੇ ਉਸ ਨੇ ਪੈਦਾਵਾਰ ਲਈ ਹੈ, 70 ਕਿਸ ਤਰੀਕੇ ਲਈ ਹੈ। ਜਿੰਨੇ ਵੀ ਮੇਰੇ ਕਿਸਾਨ ਭਾਈ ਹੈਗੇ ਨੇ, ਕੋਸ਼ਿਸ਼ ਕਰਨ ਆਪਣੇ WhatsApp ਗਰੁੱਪਾਂ ਦੇ ਵਿੱਚ ਇਹ ਗੱਲਾਂ ਸ਼ੇਅਰ ਕੀਤੀਆਂ ਕਰੋ, ਤਾਂ ਕਿ ਦੂਸਰੇ ਜ਼ਿਮੀਂਦਾਰਾਂ ਨੂੰ ਵੀ ਕੁਝ ਨਾ ਕੁਝ ਫਾਇਦਾ ਮਿਲੇ। ਅਗਰ ਜ਼ਮੀਂਦਾਰ ਖੁਸ਼ਹਾਲ ਹੋਵੇਗਾ ਤਾਂ ਮੁਲਕ ਖੁਸ਼ਹਾਲ ਹੋਵੇਗਾ। 100-80% ਜਿਹੜੀ ਆਬਾਦੀ ਹੈ ਪਿੰਡਾਂ 'ਚ ਹੈ, ਦਿਹਾਤਾਂ 'ਚ, ਤੇ ਜਿਹੜੇ ਜ਼ਮੀਂਦਾਰ ਵੀ ਹੈਗੇ ਨੇ ਉਹ ਵੀ ਤਕਰੀਬਨ ਪਿੰਡਾਂ ਵਾਲੇ ਹੀ ਹੈਗੇ ਨੇ। ਸ਼ਹਿਰਾਂ ਵਿੱਚ ਆ ਤਾਂ ਕੋਈ ਨਹੀਂ ਕਿਸੇ ਜ਼ਮੀਂਦਾਰਾ ਕਰਨਾ ਹੈਗਾ, ਪਿੰਡਾਂ ਵਾਲੇ ਹੀ ਕਰਨਾ ਹੈ। ਇਸ ਵਾਸਤੇ ਹਰ ਜ਼ਮੀਂਦਾਰ ਆਪਣੇ ਕਿਸਾਨ ਭਾਈਆਂ ਨੂੰ ਜਿਹੜੇ ਕਮਜ਼ੋਰ ਹੈਗੇ ਨੇ ਉਹਨਾਂ ਨੂੰ ਫ੍ਰੀ ਮਸ਼ਵਰਾ ਵੀ ਦੇਵਣ, ਤੇ ਬਲਕਿ ਕੋਸ਼ਿਸ਼ ਕਰਨ ਵੀ ਅਗਰ ਕਿਸੇ ਦੀ ਹੈਲਪ ਹੋ ਸਕਦੀ ਹੋਵੇ, ਕਿਸੇ ਕੋਲ ਕੋਈ ਟਰੈਕਟਰ ਨਹੀਂ ਹੈਗਾ, ਉਹਦੀ ਵੰਗਾਰ ਕੱਢਣੀ ਪੈ ਜਾਵੇ ਤਾਂ ਆਪਣੀ ਖਾਸ ਕਰਕੇ ਰਿਸ਼ਤੇਦਾਰਾਂ ਦੀ, ਬੇਲੀਆਂ ਸੱਜਣਾਂ ਦੀ ਵੰਗਾਰਾਂ ਵੀ ਦਿੱਤੀਆਂ ਕਰੋ। ਅਗਰ ਕਿਸੇ ਨੂੰ ਕਿਰਾਏ ਤੇ ਲੱਭ ਜਾਵੇ ਤਾਂ ਠੀਕ ਹੈ, ਨਾ ਲੱਭਦਾ ਪਿਆ ਹੋਵੇ ਤਾਂ ਕੋਸ਼ਿਸ਼ ਕਰੋ ਵੀ ਉਸ ਦੀ ਜ਼ਮੀਨ ਦੀ ਤਿਆਰੀ ਵਾਸਤੇ ਅਗਰ ਕੋਈ ਚੀਜ਼ ਤੁਹਾਡੇ ਕੋਲ ਹੈ ਤਾਂ ਤੁਸੀਂ ਉਸ ਦੀ ਹੈਲਪ ਕਰੋ। ਤੇ ਟਰੈਕਟਰ ਦੇਖ ਲਓ ਜਨਾਬ, ਚੱਲਿਆ ਖੜਾ ਹੈ, 5ਵਾਂ ਗੇਅਰ ਲਾਈ ਖੜਾ ਹੈ, ਤੇ ਮਾਸ਼ਾਅੱਲਾ ਅੱਛੀ ਸਪੀਡ ਹੈ, ਕਿਸੇ ਕਿਸਮ ਦਾ ਧੂੰਆਂ ਨਹੀਂ ਹੈਗਾ, ਤੇ ਲੇਜ਼ਰ ਫੇਰਦਾ ਪਿਆ ਤੁਹਾਡੇ ਸਾਹਮਣੇ ਹੀ ਹੈ।
ਸਾਹਮਣੇ ਚੈੱਕ ਕਰ ਲਓ, ਇੱਕ ਕਿਸਾਨ ਭਾਈ ਖਾਲਾ ਜਿਹੜਾ ਹੈ ਉਹ ਖੱਟਦਾ ਪਿਆ ਹੈ ਤਾਂ ਕਿ ਜਿਹੜਾ ਪਾਣੀ ਹੈ ਉਸ ਦਾ ਗੁਜ਼ਰ ਜਿਹੜਾ ਹੈ ਅੱਛਾ ਤੇ ਆਸਾਨੀ ਨਾਲ ਹੋਵੇ। ਔਰ ਸਾਹਮਣੇ ਵੀ ਚੈੱਕ ਕਰ ਸਕਦੇ ਹੋ, ਉਹ ਮੁੰਜੀ ਦੇ ਨਾਲ ਆਲੂ ਖੜੇ ਨੇ, ਸਾਹਮਣੇ ਵੀ ਆਲੂ ਨੂੰ ਖੱਬੀ ਸਾਈਡ ਤੇ ਵੀ ਆਲੂ ਖੜੇ ਨੇ, ਆਪਣੇ ਪਿੱਛੇ ਆ ਕੇ ਕਣਕ ਆ ਜਾਂਦੀ ਦੋਸਤੋ। ਬਸ ਇਸ ਵਾਰੀ ਜਿਸ ਤਰੀਕੇ ਨੰਬਰਦਾਰ ਸਾਹਿਬ ਕਹਿੰਦੇ ਪਏ ਸਨ ਵੀ ਅੱਧੇ ਆਲੂ ਤੇ ਅੱਧੀ ਕਣਕ ਹੈ, ਤੇ ਮੈਂ ਵੀ ਕਾਫੀ ਜਗ੍ਹਾ ਤੇ ਪਤਾ ਕੀਤਾ ਹੈ ਤੇ ਇੰਝ ਹੀ ਦੱਸਦੇ ਨੇ ਵੀ ਇਸ ਵਾਰੀ ਆਲੂ ਜਿਹੜੇ ਨੇ ਬਹੁਤ ਹੀ ਜ਼ਿਆਦਾ ਬੀਜੇ ਗਏ ਨੇ। ਅੱਲਾ ਖੈਰ ਕਰੇ, ਅਗਰ ਰੇਟ ਨਾ ਲੱਗਿਆ ਤਾਂ ਫਿਰ ਮੇਰਾ ਖਿਆਲ ਹੈ ਵੀ ਇਹ ਜਿਹਨਾਂ ਸੁੱਟਣੇ ਪਵਣਗੇ ਤੇ ਜਿਹੜੇ ਨਵੇਂ ਕਿਸਾਨ ਹੈਗੇ ਨੇ ਉਹ ਫਸ ਜਾਣਗੇ, ਕਿਉਂਕਿ ਜਿਹੜੇ ਹੈਗੇ ਨੇ ਪੁਰਾਣੇ ਜਿਨ੍ਹਾਂ ਨੂੰ ਤਜਰਬੇ ਹੈਗੇ ਨੇ ਉਹਨਾਂ ਨੂੰ ਕੋਈ ਪਰਵਾਹ ਨਹੀਂ, ਕਿਉਂਕਿ ਉਹਨਾਂ ਦਾ ਆਪਣਾ ਬੀਜ ਹੁੰਦਾ ਹੈ, ਉਹ ਗੁਜ਼ਾਰਾ ਕਰ ਸਕਦੇ ਨੇ। ਤੇ ਜਿਹੜੇ ਨਵੀਂ ਨਸਾਦਰੀ ਕਹਿੰਦੇ ਨੇ, ਜਿਨ੍ਹਾਂ ਨੂੰ ਪਤਾ ਨਹੀਂ, ਜਿਨ੍ਹਾਂ ਪਹਿਲੀ ਵਾਰੀ ਸ਼ੌਕ ਕੀਤਾ ਹੈ, ਬਸ ਉਹਨਾਂ ਦਾ ਹੀ ਮਾਮਲਾ ਹੈ, ਉਹਨਾਂ ਨੂੰ ਦੁੱਖ ਤਕਲੀਫ ਨਾ ਹੋਵੇ। ਤੇ ਦੁਆ ਕਰੋ ਵੀ ਅੱਲਾਹ ਤਾਲਾ ਜ਼ਰਾਅਤ ਵਿੱਚ ਬਰਕਤ ਦੇਵੇ ਤੇ ਸਾਡੇ ਜ਼ਮੀਂਦਾਰ ਸਾਰੇ ਭਾਈ ਜਿਹੜੇ ਨੇ ਖੁਸ਼ਹਾਲ ਹੋਵਣ। ਤੇ ਹੁਣ ਮੈਂ ਤੁਹਾਡੇ ਸਾਰੇ ਦੋਸਤਾਂ ਤੋਂ ਲੈਣਾ ਇਜਾਜ਼ਤ। ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।